students, myself Sarita. Today we will study Watson and Crick model. So Watson and Crick model, according to Watson and Crick model, suggested a simple mechanism of replication on the basis of double helical structure. ਉਹਨਾਂ ਦੇ ਅਨੁਸਾਰ ਕਿ DNA ਦਾ ਡਬਲ ਸਟੈਂਡਰਡ ਸਟਰਕਚਰ ਹੈ ਜਿਹਨੂੰ ਅਸੀਂ ਹੈਲੀਕਲ ਸਟਰਕਚਰ ਕਹਿੰਦੇ ਆ ਤੇ ਜਿਹੜਾ ਮੈਥਡ ਹੈ ਰੈਪਲੀਕੇਸ਼ਨ ਦਾ that is semi conservative. ਸੈਮੀ ਕੰਜ਼ਰਵੇਟਿਵ ਦਾ ਮਤਲਬ ਹੈ ਕਿ ਬਿਕੋਜ਼ ਦ ਡੋਟਰ DNA molecule is a hybrid of one parental polynucleotide chain and forming the second one. ਕਿ ਇਹਦੇ ਵਿੱਚ ਸੈਮੀ ਕੰਜ਼ਰਵੇਟਿਵ ਇਸ ਲਈ ਕਿਹਾ ਕਿਉਂਕਿ ਇੱਕ ਜਿਹੜਾ ਇਹ ਜਿਸ ਤਰ੍ਹਾਂ ਦੋ ਸਟ੍ਰੈਂਡਸ ਹੈ ਇਹਦੇ DNA ਦੇ this one and this one. ਸੋ ਇਹ ਪੈਰੈਂਟਲ ਸਟ੍ਰੈਂਡਸ ਹੈ ਦੋਨੋਂ ਹੈਲੀਕਲ ਸਟਰਕਚਰ ਬਣਦਾ ਹੈ ਔਰ ਰੈਪਲੀਕੇਸ਼ਨ ਦੇ ਟਾਈਮ 'ਤੇ ਇੱਕ ਜਿਹੜਾ ਪੇਰੈਂਟ ਦਾ ਸਟ੍ਰੈਂਡ ਇੱਕ DNA ਦੇ ਵਿੱਚ ਚਲਾ ਜਾਂਦਾ ਹੈ ਔਰ ਦੂਸਰਾ ਦੂਸਰੇ DNA ਦੇ ਵਿੱਚ ਚਲੇ ਜਾਏਗਾ ਔਰ ਇੱਕ ਜਿਹੜਾ ਸਟ੍ਰੈਂਡ ਹੈ ਇਹ ਤਾਂ ਪੈਰੈਂਟਲ ਹੈ ਸੋ ਇਸ ਤਰ੍ਹਾਂ और दूसरे पासे इस तरह आ गया और इहदा एक नया स्टैंड बन जाएगा और इहदा भी एक नया स्टैंड बन जाएगा जिहड़े नए स्टैंड्स बन गए दे आर नोन एज डॉटर न्यू स्टैंड्स है और जिहड़ा पेरेंटल स्टैंड है दैट इज़ ओल्ड DNA स्टैंड उन्होंने टैंपलेट कहांगे वो कॉपी मतलब जिहड़ा वो पेरेंटल है दैट इज़ टैंपलेट और जिहड़ा न्यू बनेगा दैट इज़ डॉटर स्टैंड सो ਇਹਦੇ ਵਿੱਚ ਵਾਟਸਨ ਐਂਡ ਕ੍ਰਿਕ ਦੇ ਅਕੋਰਡਿੰਗ ਓਰੀਜਨਲ ਜਿਹੜੀ ਸਟੇਟਮੈਂਟ ਦਿੱਤੀ ਸੀ ਵਾਟਸਨ ਐਂਡ ਕ੍ਰਿਕ ਨੇ 1953 ਕਿ ਇਟ ਹੈਜ਼ ਨੋਟ escaped our notice that the specific pairing of the DNA suggest a possible copying mechanism for the genetic material. ਤੇ ਵਾਟਸਨ ਐਂਡ ਕ੍ਰਿਕ ਦੇ ਅਨੁਸਾਰ ਕਿ they knew that ਕਿ DNA ਦੇ ਡਬਲ ਸਟ੍ਰੈਂਡਸ ਹੈ ਜਿਹਦੇ ਵਿੱਚ ਕਿ ਜੈਨੇਟਿਕ ਮਟੀਰੀਅਲ ਹੁੰਦਾ So now what is the mechanism of DNA replication? Very important question है mostly ये question आंदा है सारे पेपरां दे विच so किस तरह DNA ਦੀ ਰੈਪਲੀਕੇਸ਼ਨ ਹੁੰਦੀ ਮੀਨਸ ਕਿ ਕਿਸ ਤਰ੍ਹਾਂ ਇਹਦੇ ਦੋ ਸਟ੍ਰੈਂਡਸ ਬਣਦੇ ਆ ਤੇ ਇਸ ਨੂੰ ਅਸੀਂ ਕਹਿੰਦੇ ਆ DNA ਰੈਪਲੀਕੇਸ਼ਨ ਇੰਟਾਇਰ ਪ੍ਰੋਸੈਸ ਆਫ DNA ਰੈਪਲੀਕੇਸ਼ਨ ਕੈਨ ਬੀ ਡਿਸਕਸਡ ਅੰਡਰ ਮੈਨੀ ਸਟੈਪਸ ਸੋ ਇਹਦੀਆਂ ਸਟੈਪਸ ਹੈ ਜਿਹਨੂੰ ਅਸੀਂ ਸਟੱਡੀ ਕਰਨਾ ਹੈ ਸੋ ਧਿਆਨ ਨਾਲ ਤੁਸੀਂ ਇਹਦੇ 'ਚ ਸੁਣਨਾ ਹੈ ਸੋ ਇਹਦੇ ਵਿੱਚ ਕਿੰਨੀਆਂ ਸਾਰੇ DNA ਰੈਪਲੀਕੇਸ਼ਨ ਦੇ ਵਿੱਚ ਕਿੰਨੀਆਂ ਸਾਰੀਆਂ ਸਟੈਪਸ ਆ ਔਰ ਕਿੰਨੇ ਸਾਰੇ ਇਹਦੇ 'ਚ ਪ੍ਰੋਟੀਨਸ ਇਨਵੋਲਵਡ ਹੈ ਜਿਹੜਾ DNA ਦਾ ਰੈਪਲੀਕੇਸ਼ਨ ਹੈ ਮੈਥਡ ਹੈ ਇਹਨੂੰ ਸੈਮੀ ਕੰਜ਼ਰਵੇਟਿਵ ਕਹਾਂਗੇ ਕਿਉਂ ਸੈਮੀ ਕੰਜ਼ਰਵੇਟਿਵ ਇੱਕ ਪੇਰੈਂਟਲ ਸਟ੍ਰੈਂਡ ਇੱਕ ਨਿਊ ਸਟ੍ਰੈਂਡ ਬਣਨਾ ਇਸ ਤੋਂ ਸੋ ਪਹਿਲਾਂ ਜਿਹੜਾ DNA ਇੱਕ ਰੈਪਲੀਕੇਸ਼ਨ ਫੋਰਕ ਬਣਾਉਂਦਾ ਹੈ ਫੋਰਕ ਮਤਲਬ ਉਸ ਤਰ੍ਹਾਂ ਇਹ ਦੋਨੋਂ ਇਸ ਤਰ੍ਹਾਂ ਖੁੱਲ੍ਹਦੇ ਆ ਅਤੇ ਇਸ ਨੂੰ ਅਸੀਂ ਕਹਿੰਦੇ ਰੈਪਲੀਕੇਸ਼ਨ ਫੋਰਕ ਸੋ ਡਿਊਰਿੰਗ ਦਿਸ ਪ੍ਰੋਸੈਸ ਰੈਪਲੀਕੇਸ਼ਨ ਫੋਰਕ ਬਣਨ ਦੇ ਵਿੱਚ ਜਿਹੜਾ ਪ੍ਰੋਸੈਸ ਹੈ ਦੈਟ ਇਜ਼ ਨੋਨ ਐਸ ਰੈਪਲੀਕੇਸ਼ਨ ਪ੍ਰੋਸੈਸ ਆਫ DNA ਫੋਰਮੇਸ਼ਨ ਸੋ ਦੋਨੋਂ ਜਿਹੜੀਆਂ DNA ਸਟ੍ਰੈਂਡਸ ਹੈ ਉਹਦੇ ਵਿੱਚ ਕੀ ਕੰਬੀਨੇਸ਼ਨਸ ਹੈ ਦੈਟ ਇਜ਼ A ਇਜ਼ ਕੰਬਾਈਨਡ ਵਿਦ T और C इज़ कंबाइंड विद G विद ट्रिपल बॉन्ड या G ट्रिपल बॉन्ड C हो गई या T डबल बॉन्ड A हो गया सो ड्यू टू द प्रोसैस एग्जैक्ट न्यूक्लियोटाइड ਜਿਹੜੀਆਂ सीक्वेंसिस है ਉਹ ਮਤਲਬ ਜੋ ਇਹਦੇ ਵਿੱਚ A T ਜਾਂ C G ਹੈ ਇਸੇ ਤਰ੍ਹਾਂ ਇੱਦਾਂ ਇਹਨਾਂ ਦੇ ਵਿੱਚ ਇਹ ਮੂਵ ਕਰਨਗੇ ਸਪੋਜ਼ ਇੱਥੇ A ਹੈ ਤਾਂ ਦੂਸਰੇ ਸਟੈਂਡ ਵਿੱਚ T ਆ ਜਾਏਗਾ ਹੁਣ ਜਿਹੜਾ ਨਵਾਂ ਸਟੈਂਡ ਬਣੇਗਾ T ਦੇ ਨਾਲ A ਆ ਜਾਏਗਾ ਇਸ ਸਟੈਂਡ ਦੇ ਵਿੱਚ ਨਾਲ ਇਹਦੇ T ਆ ਜਾਏਗਾ ਸੋ ਰੀਜਨਰੇਸ਼ਨ ਆਫ DNA ਹੈਲਿਕਸ ਅਕਰਸ ਔਰ ਇਹਦੀ ਰੀਜਨਰੇਸ਼ਨ ਹੋ ਗਈ ਬਿਲਕੁਲ ਐਗਜ਼ੈਕਟ ਕਾਪੀ ਪੇਰੈਂਟ ਦੀ ਬਣ ਜਾਣੀ ਇਹ ਵੀ ਜਿਹੜੇ ਡੋਟਰ ਸੈਲਸ ਹੈ ਐਗਜ਼ੈਕਟ ਕਾਪੀਸ ਬਣ ਜਾਣਗੇ ਬਟ ਇੱਕ ਸਟ੍ਰੈਂਡ ਪੇਰੈਂਟਲ ਹੋਏਗਾ ਇੱਕ ਨਿਊ ਹੋਏਗਾ ਸੋ ਦਿਸ ਟਾਈਪ ਆਫ ਰੈਪਲੀਕੇਸ਼ਨ ਆਲਸੋ ਹੈਜ਼ ਬੀਨ ਨੋਨ ਐਸ ਜਿਪਰ ਡੁਪਲੀਕੇਸ਼ਨ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਜਿਪ ਹੁੰਦੀ ਹੈ ਖੁੱਲ੍ਹਦੀ ਉਸੇ ਤਰ੍ਹਾਂ ਇਹਨੂੰ ਖੁੱਲ੍ਹਣ ਕਰਕੇ ਅਸੀਂ ਕਹਿੰਦੇ ਹਾਂ ਜਿਪਰ ਡੁਪਲੀਕੇਸ਼ਨ ਸੋ ਇਹਦੀਆਂ ਹੁਣ ਅਸੀਂ ਸਟੈਪਸ ਪੜ੍ਹਾਂਗੇ ਔਰ ਡਿਟੇਲਡ ਪ੍ਰੋਸੈਸ ਆਫ DNA ਰੈਪਲੀਕੇਸ਼ਨ ਸੋ ਇਹ ਮਸ਼ੀਨਰੀ ਕੀ ਚਾਹੀਦਾ ਕਿਹੜੀਆਂ ਐਂਜ਼ਾਈਮਸ ਚਾਹੀਦੀਆਂ ਔਰ ਕੀ ਪ੍ਰੋਸੈਸ ਹੈ ਫਸਟ ਹੈ ਐਕਟੀਵੇਸ਼ਨ ਆਫ ਡੀਆਕਸੀ ਰਾਈਬੋ ਨਿਊਕਲੀਓਟਾਈਡਸ ਸੈੱਲ ਦੇ ਅੰਦਰ ਨਿਊਕਲੀਅਸ ਦੇ ਅੰਦਰ DNA ਔਰ DNA ਦੀ ਕਿਸ ਤਰ੍ਹਾਂ ਰੈਪਲੀਕੇਸ਼ਨ ਹੋ ਰਹੀ ਹੈ ਔਰ ਕਿਸ ਤਰ੍ਹਾਂ ਉਹਦੇ ਨਏ ਸਟ੍ਰੈਂਡਸ ਬਣ ਰਹੇ ਹੈ ਸੋ ਇਹ ਆਪਾਂ ਇਹਦੇ 'ਚ ਡਿਸਕਸ ਕਰਾਂਗੇ ਪਹਿਲੀ ਜਿਹੜੀ ਇਹਦੀ ਸਟੈਪ ਹੈ ਐਕਟੀਵੇਸ਼ਨ ਆਫ ਡੀਆਕਸੀ ਰਾਈਬੋ ਨਿਊਕਲੀਓਟਾਈਡਸ
4 ਨਿਊਕਲੀਓਟਾਈਡਸ ਹੈ ਡੀਐਨਏ ਦੇ ਵਿੱਚ। ਯੂ ਨੋ ਕਿਹੜੀਆਂ ਕਿਹੜੀਆਂ ਨਿਊਕਲੀਓਟਾਈਡਸ ਕੀ ਹੁੰਦੀਆਂ? ਫੋਸਫੋਰਸ, ਸ਼ੂਗਰ ਅਤੇ ਬੇਸ। ਸੋ ਇੱਕ ਹੋ ਸਕਦੀ AMP, GMP, then CMP, then TMP. So this is adenosine monophosphate, this is guanine monophosphate, this is cytosine monophosphate, this is thymine monophosphate. ਸੋ ਇਹ ਜਿਹੜੀਆਂ ਨਿਊਕਲੀਓਟਾਈਡਸ ਹੈ ਦੇ ਆਰ 올 ਐਕਟੀਵੇਟਿਡ। ਇਹਨਾਂ ਨੂੰ ਸਾਰੀਆਂ ਨੂੰ ਐਕਟੀਵੇਟ ਕੀਤਾ ਜਾਂਦਾ ਹੈ ਪਹਿਲਾਂ। ਐਕਟੀਵੇਟ ਮੀਨਸ ਥਰੂ ਫੋਰਮ ਵਿਦ ਦੀ ਹੈਲਪ ਆਫ ATP ਇਹਨਾਂ ਦੇ ਨਾਲ ਮਿਲ ਕੇ ਟੂ ਫੋਰਮ ਡੀਆਕਸੀ ਰਾਈਬੋ ਨਿਊਕਲੀਓਟਾਈਡ ਟ੍ਰਾਈਫੋਸਫੇਟਸ। ਇਹ ਸਾਰੀਆਂ ਮੋਨੋ ਹੈ, ਇਹਨਾਂ ਨੂੰ ਟਰਾਈ ਵਿੱਚ ਬਦਲ ਲਿਆ ਜਾਂਦਾ ਹੈ, ਜਿਸ ਤਰ੍ਹਾਂ ਕਿ ਪਹਿਲਾਂ ਵਾਲੀ ਐਡੀਨੋਸਾਈਨ ਟ੍ਰਾਈਫੋਸਫੇਟ, ਗੁਆਨੋਸਾਈਨ ਟ੍ਰਾਈਫੋਸਫੇਟ ਮੀਨਸ ਐਡੀਸ਼ਨਲ ਇਹਦੇ 'ਚ ਫੋਸਫੇਟ ਗਰੁੱਪਸ ਹੋ ਗਏ, ਦੋ ਮੋਨੋ ਦੀ ਜਗ੍ਹਾ 'ਤੇ ਟ੍ਰਾਈਫੋਸਫੇਟਸ ਹੋ ਗਈ। ਸੋ TMT। ਸੋ ਫਸਟ ਸਟੈਪ ਕੀ ਹੋਈ? ਐਕਟੀਵੇਸ਼ਨ ਆਫ ਦਾ ਡੀਆਕਸੀ ਰਾਈਬੋ ਨਿਊਕਲੀਓਟਾਈਡਸ। एंजाइम्स रिक्वायर्ड एट दिस स्टैप इज़ किहड़ी एंजाइम चाहिए है इस स्टैप दे विच? दैट इज़ एंजाइम फॉस्फोरीलेस। फॉस्फोरीलेस जिहड़ी एक्टिवेशन करेगी एंजाइम्स दा। सो फॉस्फोरीलेस इज़ रिक्वायर्ड और प्रोसैस नूं की कहांगे? फॉस्फोरीलेशन। सो होप है कि पहली स्टैप दैट इज़ क्लीयर टू यू, दैट इज़ एक्टिवेशन ऑफ डीऑक्सी राइबो न्यूक्लियोटाइड्स। या सिंपली यू कैन राइट AMP, CMP, GMP, TMP। ਇਹਨਾਂ ਨੂੰ ਫੋਸਫੇਟ ਦੇ ਨਾਲ ਰਿਐਕਟ ਕਰਕੇ ATP ਦੀ ਪ੍ਰੈਜ਼ੈਂਸ ਦੇ ਵਿੱਚ ਦੇ 올 ਫੋਰਮ ਟ੍ਰਾਈਫੋਸਫੇਟਸ ATP। ਸੋ ਇਹ ਬਣ ਗਈ ATP, CTP, GTP ਐਂਡ TTP। ਸੋ ਦੇ ਇਸ ਪ੍ਰੋਸੈਸ ਦੇ ਵਿੱਚ ਜਿਹੜੀ ਐਂਜ਼ਾਈਮ ਚਾਹੀਦੀ ਸੀ ਦੈਟ ਇਜ਼ ਫੋਸਫੋਰੀਲੇਸ ਐਂਡ ਸਟੈਪ ਨੂੰ ਕਹਾਂਗੇ ਫੋਸਫੋਰੀਲੇਸ਼ਨ। ਨਾਓ ਸੈਕੰਡ ਸਟੈਪ ਹੈ ਰੈਕੋਗਨੀਸ਼ਨ ਆਫ ਇਨੀਸ਼ੀਏਸ਼ਨ ਪੁਆਇੰਟ। ਇਨੀਸ਼ੀਏਸ਼ਨ ਪੁਆਇੰਟ ਹੁੰਦਾ ਸ਼ੁਰੂਆਤ ਕਿੱਥੋਂ ਕਰਨੀ ਹੈ? ਰੈਪਲੀਕੇਸ਼ਨ ਦੀ। ਹੁਣ DNA ਇਜ਼ ਲਾਈਕ ਦਿਸ, ਇਹਦੀ ਰੈਪਲੀਕੇਸ਼ਨ ਕਿੱਥੋਂ ਸ਼ੁਰੂ ਕਰਨੀ ਹੈ? ਕਿਸ ਸਟੇਜ ਤੋਂ ਇਹਦੀ ਮਤਲਬ ਅਨਵਾਈਂਡ ਕਰਨਾ ਹੈ ਜਾਂ ਖੁੱਲ੍ਹਣਾ ਸ਼ੁਰੂ ਕਰਨਾ ਹੈ? ਐਟ ਵਿਚ ਪਲੇਸ ਦਾ DNA ਮੋਲੀਕਿਊਲ ਰੈਪਲੀਕੇਸ਼ਨ ਸਟਾਰਟ ਹੁੰਦੀ ਹੈ। ਸੋ ਇਹਦੇ ਲਈ ਫਰੋਮ ਅ ਪਰਟੀਕੂਲਰ ਪੁਆਇੰਟ ਅਨਵਾਈਂਡਿੰਗ ਆਫ DNA ਮੋਲੀਕਿਊਲ ਸਟਾਰਟ। DNA ਦੀ ਅਨਵਾਈਂਡਿੰਗ ਸ਼ੁਰੂ ਹੋ ਜਾਂਦੀ ਹੈ। ਜਿੱਥੋਂ ਇਹਦੀ ਅਨਵਾਈਂਡਿੰਗ ਹੁੰਦੀ ਹੈ ਕੋਈ ਖਾਸ ਪੁਆਇੰਟ ਹੁੰਦਾ ਹੈ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਪੁਆਇੰਟ। ਉਸ ਸਪੈਸੀਫਿਕ ਪੁਆਇੰਟ ਨੂੰ ਅਸੀਂ ਇਨੀਸ਼ੀਏਸ਼ਨ ਪੁਆਇੰਟ ਕਹਾਂਗੇ। ਔਰ ਫੋਰ ਆਈਡੈਂਟੀਫਾਈਂਗ ਦਾ ਇਨੀਸ਼ੀਏਸ਼ਨ ਪੁਆਇੰਟ ਔਨ ਦਾ DNA ਮੋਲੀਕਿਊਲ ਇਨੀਸ਼ੀਏਟਰ ਪ੍ਰੋਟੀਨਸ ਆਰ ਨੀਡਡ। ਇਹਨੂੰ ਕਿੱਥੋਂ ਇਨੀਸ਼ੀਏਸ਼ਨ ਕਰਨੀ, ਇਹਦੀ ਕਿੱਥੋਂ ਰੈਪਲੀਕੇਸ਼ਨ ਸ਼ੁਰੂ ਕਰਨੀ, ਉਹਦੇ ਲਈ ਸਾਨੂੰ ਚਾਹੀਦੀਆਂ ਇਨੀਸ਼ੀਏਟਰ ਪ੍ਰੋਟੀਨਸ। ਸੋ ਇਨ ਵਾਇਰਸਿਸ ਐਂਡ ਪ੍ਰੋਕਰੀਓਟਸ ਲਾਈਕ ਬੈਕਟੀਰੀਆ ਵਗੈਰਾ ਹੈ, ਉਹਨਾਂ ਦੇ ਵਿੱਚ ਓਨਲੀ ਇੱਕ ਸਾਈਟ ਹੁੰਦੀ ਹੈ ਓਰੀਜਨ ਆਫ ਰੈਪਲੀਕੇਸ਼ਨ। ਦਿਸ ਇਜ਼ ਮੋਸਟ ਇੰਪੋਰਟੈਂਟ। ਪ੍ਰੋਕਰੀਓਟਸ ਵਿੱਚ ਕਿੰਨੇ ਓਰੀਜਨ ਆਫ ਦਿਸ ਇਨੀਸ਼ੀਏਸ਼ਨ ਪੁਆਇੰਟਸ ਹੈ? ਓਨਲੀ 1। ਲੇਕਿਨ ਯੂਕਰੀਓਟਸ ਲਾਈਕ ਅਸੀਂ ਹੈ ਜਾਂ ਹੋਰ ਸੈਲਸ ਹੈ with larger DNA the molecule there may be many initiation points of replications। so ਇਹਦੇ ਵਿੱਚ eukaryotes ਵਿੱਚ many ਹੋ ਗਏ। so this is the second point। now the third point ਕੀ ਹੈ? unwinding of DNA molecule। ਹੁਣ ਇਹਦੀ ਅਨਵਾਈਂਡਿੰਗ ਪੜ੍ਹਨੀ ਹੈ ਕਿ ਕਿਸ ਤਰ੍ਹਾਂ ਇਹ ਅਨਵਾਈਂਡ ਕਰਦੇ। ਪਹਿਲੀ ਹੋ ਗਈ ਕਲੀਅਰ ਐਕਟੀਵੇਸ਼ਨ ਆਫ ਡੀਆਕਸੀ ਰਾਈਬੋ ਨਿਊਕਲੀਓਟਾਈਡਸ। ਦੂਜਾ ਇਨੀਸ਼ੀਏਸ਼ਨ ਵੀ ਪੁਆਇੰਟ ਮਿਲ ਗਿਆ ਇਨੀਸ਼ੀਏਟਰ ਪ੍ਰੋਟੀਨ ਦੇ ਨਾਲ। ਨਾਓ ਅਨਵਾਈਂਡਿੰਗ DNA ਮੋਲੀਕਿਊਲ ਕਿਸ ਤਰ੍ਹਾਂ ਹੁੰਦਾ ਹੈ? DNA ਡਬਲ ਹੈਲਿਕਸ ਜਿਹੜਾ ਅਨਵਾਈਂਡਸ ਕਰ ਜਾਂਦਾ। ਅਨਵਾਈਂਡ ਮਤਲਬ ਕਿ ਖੁੱਲ੍ਹਦਾ ਹੈ ਅਨਕੋਇਲ। ਔਰ ਜਿਸ ਤਰ੍ਹਾਂ ਰੱਸੀ ਦੇ ਬਲੇਮੇ ਹੁੰਦੇ ਉਸੇ ਤਰ੍ਹਾਂ ਇਹ ਖੁੱਲ੍ਹਦਾ ਹੈ। ਦੈਟ ਮੀਨਸ uncoils into a single strand of DNA। ਔਰ ਇਹਦੇ ਵਿੱਚ ਐਸ ਯੂ ਨੋ ਕਿ ਇਹਦੇ ਵਿੱਚ ਕੀ ਬੌਂਡਸ ਹੈ ਦੈਟ ਆਰ ਡਬਲ ਬੌਂਡਸ। CG ਦੇ ਵਿੱਚ ਟ੍ਰਿਪਲ ਬੌਂਡਸ ਹੈ, GC ਦੇ ਵਿੱਚ ਟ੍ਰਿਪਲ ਬੌਂਡਸ ਹੈ। ਸੋ ਇਹਦੇ ਵਿੱਚ ਜਿਹੜੇ ਆ ਵੀਕ ਹਾਈਡਰੋਜਨ ਬੌਂਡਸ ਹੈ ਇਹ ਬ੍ਰੇਕ ਕਰ ਜਾਂਦੇ। ਐਸ ਅ ਰਿਜ਼ਲਟ ਅਨਵਾਈਂਡਿੰਗ ਹੋ ਜਾਂਦੀ ਹੈ। ਅਨਵਾਈਂਡਿੰਗ ਆਫ ਹੈਲਿਕਸ ਇਜ਼ ਹੈਲਡ ਬਾਈ ਐਂਜ਼ਾਈਮ। ਫਿਰ ਇਹਨੂੰ ਇੱਕ ਐਂਜ਼ਾਈਮ ਚਾਹੀਦੀ ਦੈਟ ਇਜ਼ ਨੋਨ ਐਜ਼ ਹੈਲੀਕੇਸਿਸ। ਐਂਜ਼ਾਈਮ ਇੱਕ ਹੋਰ ਐਂਜ਼ਾਈਮ ਹੈ ਦੈਟ ਇਜ਼ ਟੋਪੋਆਈਸੋਮਰੇਸ। ਟੋਪੋਆਈਸੋਮਰੇਸ ਕੀ ਕਰਦੀ ਹੈ? ਛੋਟਾ ਜਿਹਾ ਇੱਥੇ ਕੱਟ ਲੱਗ ਜਾਂਦਾ ਹੈ ਜਿਹਦੇ ਕਾਰਨ ਇਹ ਰੀਕੋਇਲ 1 ਸਟੈਂਡ ਆਫ DNA। ਅਤੇ ਮਤਲਬ ਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਰੱਸੀ ਨੂੰ ਖੋਲ੍ਹਦੇ ਹਾਂ ਉਹ ਮੁੜ ਕੇ ਇਕੱਠੀ ਹੋ ਜਾਂਦੀ ਹੈ। ਉਸ ਨੂੰ ਰੋਕਣ ਲਈ ਇੱਕ ਪਹਿਲਾਂ ਇੱਥੇ ਕੱਟ ਲੱਗੇਗਾ ਜਿਹਦੇ ਨਾਲ ਇਹਦੀ ਟੈਂਸ਼ਨ ਘੱਟ ਜਾਏਗੀ। ਐਸ ਅ ਰਿਜ਼ਲਟ
ਤੇ ਫਿਰ ਉਹਦੀ ਮੁੜ ਕੇ ਉਹ ਆਪਸ ਵਿੱਚ ਜੁਆਇਨ ਕਰ ਜਾਣਗੇ। ਟੂ ਹਾਈਲੀ ਇੰਟਰਵਾਈਨਡ ਰੋਪਸ ਆ ਪੁਲਡ ਅਪਾਰਟ, ਤੇ ਦੋਨੋਂ ਜੇ ਰੋਪਸ ਹੈ ਇਸੇ ਤਰ੍ਹਾਂ ਉਹ ਇਕੱਠੇ ਹੋ ਜਾਂਦੇ ਆ। ਬਟ ਇਹਦੇ ਵਿੱਚ ਕੀ ਹੈ ਕਿ ਜੇ ਥੋੜ੍ਹਾ ਜਿਹਾ ਇਹਨੂੰ ਕੱਟ ਲੱਗ ਜਾਏਗਾ ਆਈਸੋਮਰੇਜ਼ ਦੇ ਨਾਲ, ਇਹਦੇ ਵਿੱਚੋਂ ਇਹਦੇ ਨਾਲ ਟੈਂਸ਼ਨ ਜਿਹੜੀ ਹੈ ਇਹਦੀ ਰਿਮੂਵ ਹੋ ਜਾਏਗੀ। ਸੋ ਐਸ ਅ ਰਿਜ਼ਲਟ ਡਿਊ ਟੂ ਅਨਜਿਪਿੰਗ ਆਫ ਦਾ ਡਬਲ ਸਟੈਂਡਰਡ ਤੇ ਇੱਕ ਰੈਪਲੀਕੇਸ਼ਨ ਸ਼ੁਰੂਆਤ ਹੋ ਜਾਂਦੀ ਹੈ, ਤੇ ਇਸ ਨੂੰ ਅਸੀਂ ਕਹਿੰਦੇ ਹਾਂ ਰੈਪਲੀਕੇਸ਼ਨ ਫੋਰਕ। ਮੀਨਸ ਕਿ ਇਸ ਤਰ੍ਹਾਂ ਇਹ ਫੋਰਕ ਟਾਈਪ ਫੋਰਮੇਸ਼ਨ ਹੋ ਗਿਆ। So in bacterium many DNA phases extending is bidirectional. So bidirectional ਦੀ formation ਹੁੰਦੀ ਹੈ। ਸੋ ਜੇ this is 3 end strand ਹੈ ਇਹਦਾ, ਇਹ 5 end ਹੋਏਗਾ। ਅਗਰ ਇਹ 5 end ਹੈ ਤੇ ਇਹ ਇਹਦਾ 3 end ਹੋਏਗਾ। ਸੋ ਇਹ 3 ਸਟੈਪਸ ਹੋ ਗਈਆਂ। ਦੈਨ ਉਸ ਤੋਂ ਬਾਅਦ ਹੈ ਅਗਲਾ ਜਿਹੜੀ ਸਟੈਪ ਹੈ ਨੈਕਸਟ, ਦੈਟ ਇਜ਼ ਫੋਰਮੇਸ਼ਨ ਆਫ RNA ਪ੍ਰਾਈਮਰ। ਹੁਣ ਅਗਲੀ ਜ਼ਰੂਰਤ ਹੈ ਸਾਨੂੰ RNA ਪ੍ਰਾਈਮਰ ਦੀ। RNA ਪ੍ਰਾਈਮਰ ਕਿਉਂ ਚਾਹੀਦਾ ਹੈ? ਕਿਉਂਕਿ DNA ਡਾਇਰੈਕਟਿਡ RNA ਪੋਲੀਮਰੇਜ਼ ਫੋਰਮਸ RNA ਪ੍ਰਾਈਮਰ। DNA ਜਿਹੜਾ ਹੈ ਉਹ RNA ਪੋਲੀਮਰੇਜ਼ ਐਂਜ਼ਾਈਮ ਦੇ ਨਾਲ RNA ਪ੍ਰਾਈਮਰ ਬਣਾਉਂਦਾ ਹੈ। ਸੋ RNA ਪ੍ਰਾਈਮਰ ਕਿਸ ਤਰ੍ਹਾਂ ਬਣਦੇ ਆ? ਬਾਈ ਮੀਨਸ ਆਫ DNA ਦੇ ਥਰੂ, ਬਟ ਬਾਈ ਮੀਨਸ ਆਫ ਐਂਜ਼ਾਈਮ RNA ਪੋਲੀਮਰੇਜ਼। RNA ਪੋਲੀਮਰ ਦਾ ਕੰਮ ਕੀ ਹੈ? So it is comparatively easier to add on already existing small chain called primer formed on the DNA template। ਇਹ ਜਿਹੜੇ RNA ਪ੍ਰਾਈਮਰ ਹੈ ਇਹ ਛੋਟੀਆਂ ਸੈਗਮੈਂਟਸ ਹੁੰਦੀਆਂ ਹੈ ਨਿਊਕਲੀਓਟਾਈਡਸ ਦੀਆਂ, ਔਰ ਇਹ ਜਾ ਕੇ DNA ਸਟੈਂਡਸ ਦੇ ਨਾਲ ਲੱਗ ਜਾਂਦੇ ਆ। ਦੀਸ ਆ ਜਿਸ ਤਰ੍ਹਾਂ ਆ ਪ੍ਰਾਈਮਰ, ਆ ਛੋਟੀ ਇੱਕ ਸੈਗਮੈਂਟ ਹੈ, ਮੇਨ DNA ਦੇ ਨਾਲ ਇਹ ਲੱਗ ਜਾਂਦੇ ਆ, ਮੇਨ ਸਟੈਂਡਸ ਨਾਲ। ਔਰ RNA ਪ੍ਰਾਈਮਰ ਹੈ ਜਿਹੜਾ, ਇਹਦੇ ਵਿੱਚ ਦਿਸ ਪ੍ਰੋਡਿਊਸਿਸ ਅ 3 end ਹਾਈਡਰੋਕਸਾਈਲ ਐਂਡ ਔਨ ਦਾ ਸੀਕੁਐਂਸ ਆਫ ਰਾਈਬੋਨਿਊਕਲੀਓਟਾਈਡਸ। ਜਿਹੜਾ ਇਹਦਾ 3 end ਹੈ ਉੱਥੇ ਜਿਹੜੀਆਂ ਨਿਊਕਲੀਓਟਾਈਡਸ ਐਡ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਿਹਦੇ ਨਾਲ ਉਹ ਪੂਰਾ ਸਟੈਂਡ DNA ਦਾ ਬਣਦਾ। RNA ਪ੍ਰਾਈਮਰ ਜਿਹੜਾ ਅਲਟੀਮੇਟਲੀ ਫਿਰ ਬਾਅਦ ਵਿੱਚੋਂ ਰਿਮੂਵ ਹੋ ਜਾਂਦਾ ਹੈ, ਜਿੰਨੇ ਇਹਦੇ ਗੈਪਸ ਹੈ ਦੈਟ ਆਰ ਫਿਲਡ। ਸੋ ਇਹੀ ਮੈਂ ਹੁਣ ਇਹਨੂੰ ਇਹ ਵਾਲੀ ਸਟੈਪ ਇੱਕ ਵਾਰ ਐਕਸਪਲੇਨ ਕਰਤੀ ਇਹਦੇ 'ਚ ਵਿਦ ਦੀ ਹੈਲਪ ਆਫ ਅ ਡਾਇਗਰਾਮ। ਸਪੋਜ਼ ਆਹ ਡਾਇਗਰਾਮ ਅਸੀਂ ਦੇਖ ਰਹੇ ਹਾਂ ਕਿ ਇਹ 1 ਇਜ਼ 3 end, ਅਦਰ ਇਜ਼ 5 end ਹੋ ਗਿਆ। ਇਹਦਾ ਇੱਕ 5 end ਹੋ ਗਿਆ, ਇੱਕ ਇਹਦਾ 3 end ਹੋ ਗਿਆ। ਹੁਣ ਜਿਸ ਤਰ੍ਹਾਂ ਇਹ ਖੁੱਲੀ ਹੈ ਦੈਟ ਇਜ਼ ਅ ਰੈਪਲੀਕੇਸ਼ਨ ਫੋਰਕ ਬਣ ਗਈ। ਹੁਣ ਜਿਹੜਾ ਪ੍ਰਾਈਮਰ ਹੈ, ਸੀ ਦਿਸ ਐਂਡ ਦਿਸ ਇਜ਼ 5' to 3' ਹੈ, ਇਹ ਜਿਹੜਾ ਮੇਨ ਪੈਰੈਂਟਲ ਸਟੈਂਡ ਹੈ ਦਿਸ ਵਨ। ਹੁਣ ਜਿਹੜਾ ਇਹਦੇ ਨਾਲ ਪ੍ਰਾਈਮਰ ਲੱਗੇਗਾ ਦੈਟ ਵਿਲ ਬੀ 3 to 5। ਸੋ 3 to 5 ਦੇ ਨਾਲ ਇਸ ਤਰ੍ਹਾਂ ਹੋਏ ਇੱਧਰ ਲੱਗੇਗਾ, ਔਰ ਇਸੇ ਤਰ੍ਹਾਂ ਇਹ ਇੱਧਰਲੀ ਸਾਈਡ 'ਤੇ ਲੱਗੇਗਾ 5 to 3 end। ਹੁਣ ਦੇਖੋ ਜਿਹੜੇ ਨਿਊਕਲੀਓਟਾਈਡਸ ਹੈ ਦੈਟ ਕੈਨ ਓਨਲੀ ਬੀ ਐਡਿਡ ਔਨ ਦਾ 3 end। 3 end 'ਤੇ ਐਡ ਹੋ ਸਕਦੇ। ਜੇ ਆਪਾਂ ਇੱਧਰ ਨੂੰ ਐਡ ਕਰਾਂਗੇ ਤਾਂ ਇਸ ਸਾਈਡ ਨੂੰ ਜਾਏਗਾ ਇਹ, ਦੈਟ ਇਜ਼ ਨੋਟ ਪੋਸੀਬਲ। ਅਤੇ ਆਪਾਂ ਨੂੰ ਜਿਹੜੇ ਨਿਊਕਲੀਓਟਾਈਡਸ ਹੈ ਦੈਟ ਸ਼ੁੱਡ ਬੀ ਐਡਿਡ ਔਨ 3 end ਸਾਈਡ, ਇਸ ਸਾਈਡ 'ਤੇ ਐਡ ਹੋਣਗੇ। ਸੋ ਇਹਦੇ ਵਿੱਚ ਅੱਗੇ ਕੀ ਹੈ ਕਿ ਫੋਰਮੇਸ਼ਨ ਆਫ ਨਿਊ DNA ਸਟ੍ਰੈਂਡਸ। enzymes of DNA polymerase can polymerize the nucleotide in 5 to 3 direction। ਸੋ ਜਿੰਨੇ ਇਹਦੇ ਵਿੱਚ ਨਿਊਕਲੀਓਟਾਈਡਸ ਫਰਦਰ ਐਡ ਹੋਣੇ ਆ ਉਹਨਾਂ ਦਾ ਡਾਇਰੈਕਸ਼ਨ ਓਨਲੀ 5:3 end ਦੇ ਵਿੱਚ ਹੀ ਐਡ ਹੋ ਸਕਦਾ। ਸੋ ਦੇਖੋ ਇੱਕ ਵਾਰ ਅਗੇਨ ਸੀ ਦਿਸ ਡਾਇਗਰਾਮ, ਮੋਸਟ ਇੰਪੋਰਟੈਂਟ ਡਾਇਗਰਾਮ ਹੈ। ਸੋ ਦਿਸ ਇਜ਼ 5 end, ਦਿਸ ਇਜ਼ 3 end। ਹੁਣ ਜੇ ਨਿਊਕਲੀਓਟਾਈਡ ਇੱਧਰ ਐਡ ਹੋਇਆ ਦੈਟ ਵਿਲ ਬੀ 5 end ਐਂਡ 3 end। ਅਤੇ ਇਸ ਤਰ੍ਹਾਂ ਨਿਊਕਲੀਓਟਾਈਡਸ ਐਡ ਹੁੰਦੇ ਰਹਿਣਗੇ ਔਰ ਇਹ DNA ਬਣ ਗਿਆ, ਇਹ ਨਿਊ ਸਟੈਂਡ ਆਫ DNA ਫੋਰਮੇਸ਼ਨ ਹੋ ਗਈ। ਬਟ ਔਨ ਦੀ ਅਦਰ ਹੈਂਡ ਜੇ ਤੁਸੀਂ ਇੱਧਰਲੇ ਪਾਸੇ 5 ਹੈ ਔਰ 3 ਹੈ ਇਹ ਵਾਲਾ, ਜੇ ਹੁਣ ਇਹਦੇ ਨਾਲ ਇੱਕ ਪ੍ਰਾਈਮਰ ਲੱਗੇਗਾ ਉਹਦਾ ਹੋਏਗਾ 3 end, ਕਿਉਂਕਿ 5 ਹੈ ਤਾਂ ਇੱਧਰ 3 ਆਏਗਾ, ਇੱਧਰ 5। ਹੁਣ ਜਿਹੜੇ ਬੇਸਿਸ ਆ ਉਹ ਇੱਧਰਲੇ ਪਾਸੇ ਐਡ ਹੋ ਸਕਦੀਆਂ 3 ਨਾਲ, 5 ਵਾਲੇ ਐਂਡ 'ਤੇ ਨਹੀਂ ਹੋ ਸਕਦੇ। ਇਸ ਕਰਕੇ ਜਿਹੜੇ ਛੋਟੇ ਛੋਟੇ ਪ੍ਰਾਈਮਰ ਇਹਦੇ ਵਿੱਚ ਆਉਣਗੇ, ਇਸ ਤਰ੍ਹਾਂ ਮੀਨਸ ਇਸ ਸਾਈਡ ਤੋਂ ਆ ਸਾਰੇ ਪ੍ਰਾਈਮਰ ਆਉਣਗੇ, ਔਰ ਈਚ ਪ੍ਰਾਈਮਰ ਜਿਹੜਾ ਇੱਧਰਲੇ ਪਾਸਿਓਂ ਸ਼ੁਰੂ ਹੋਏਗਾ ਦੈਟ ਵਿਲ ਬੀ 5 and 3 end, 5 and 3 end। ਇਸ ਤਰ੍ਹਾਂ ਇਹਦੇ ਵਿੱਚ ਐਡੀਸ਼ਨਸ ਹੋਣਗੀਆਂ। ਸੋ ਅਗੇਨ ਆ ਜਿਹੜੇ ਆ ਪ੍ਰਾਈਮਰ ਦੀਸ ਆਰ ਐਡਿਡ, ਦੀਸ ਆਰ ਇਨ 5 ਆ 3 end, ਇਹ ਅਗੇਨ 5 ਦੂਸਰਾ 3 end, ਇਹ ਤੀਸਰੇ ਵਾਲੇ ਦਾ ਵੀ 5 3 end। ਸੋ 3 end 'ਤੇ ਆ ਕੇ ਇੱਧਰ ਨਿਊਕਲੀਓਟਾਈਡਸ ਜੁੜ ਜਾਣਗੀਆਂ।
ਨਾਓ ਜਿਸ ਤਰ੍ਹਾਂ ਇਹ ਐਡੀਸ਼ਨਸ ਹੋਏਗੀ ਉਸ ਤੋਂ ਬਾਅਦ ਇਹ ਜਿਹੜੇ ਸਾਰੇ ਪ੍ਰਾਈਮਰ ਇਹ ਨਿਕਲ ਜਾਣਗੇ ਔਰ ਐਸ ਰਿਜ਼ਲਟ ਇਹ ਪੂਰਾ ਸਟੈਂਡ ਵੀ ਬਣ ਜਾਏਗਾ। ਸੋ ਪੋਸੀਬਲ ਕੀ ਹੈ ਕਿ 3 ਐਂਡ 'ਤੇ ਨਿਊਕਲੀਓਟਾਈਡਸ ਐਡ ਹੋ ਸਕਦੀਆਂ ਔਰ 5 ਐਂਡ 'ਤੇ ਨਿਊਕਲੀਓਟਾਈਡਸ ਨਹੀਂ ਐਡ ਹੁੰਦੀਆਂ। ਦੈਟਸ ਵਾਈ ਕਿ ਦੂਜੇ ਸਟੈਂਡ ਤੋਂ ਦੂਜੇ ਪਾਸਿਓਂ ਸ਼ੁਰੂ ਕਰਨਾ ਪਏਗਾ ਇੱਧਰ ਪਾਸਿਓਂ। ਸੋ ਦਿਸ ਇਜ਼ 5 ਐਂਡ, ਜੇ 3 ਐਂਡ ਹੈ ਅਤੇ ਇੱਧਰ ਹੁਣ ਪ੍ਰਾਈਮਰ ਜਿਹੜਾ ਇੱਧਰੋਂ ਸ਼ੁਰੂ ਹੋਏਗਾ ਕਿਉਂਕਿ ਇਹਦਾ 3 ਐਂਡ ਹੈ। 5 3 ਐਂਡ 5 3 ਐਂਡ 5 3 ਐਂਡ। ਸੋ ਇਸ ਤਰ੍ਹਾਂ ਇਹਦੇ ਵਿੱਚ ਐਡੀਸ਼ਨਸ ਹੋਣਗੀਆਂ। ਨਾਓ ਸੋ ਪ੍ਰਾਈਮਰ ਸਿਰਫ ਜਿਹੜੀ ਸਿੰਥੇਸਿਸ ਹੈ 5 to 3 ਡਾਇਰੈਕਸ਼ਨ ਦੇ ਵਿੱਚ ਕਰੇਗਾ, ਮਤਲਬ 3 ਐਂਡ 'ਤੇ ਇਹਦੇ ਨਿਊਕਲੀਓਟਾਈਡਸ ਐਡ ਹੋਣਗੀਆਂ। ਦੋਨੋਂ ਸਟੈਂਡਸ ਐਂਟੀ ਪੈਰਲਲ ਹੈ, ਇੱਕ ਸਟੈਂਡ 'ਤੇ ਨਾਲ ਉਹਦੀ ਫੋਰਮੇਸ਼ਨ ਹੋ ਰਹੀ ਹੈ, ਫਿਰ ਅਸ ਦੂਜੇ ਜਿਹੜਾ ਜਿਹਦੀ ਨਾਲ ਫੋਰਮੇਸ਼ਨ ਸਟੈਂਡ ਦੀ ਹੋ ਰਹੀ ਹੈ ਦੇ ਆਰ ਨੋਨ ਐਸ ਕੰਟੀਨਿਊਸ ਸਟੈਂਡਸ। ਔਰ ਜਿਹੜੇ ਸਟੈਂਡਸ ਦੀ ਛੋਟੀ ਸੈਗਮੈਂਟਸ ਜੁੜ ਕੇ ਨਿਊ ਸਟੈਂਡ ਬਣਦਾ ਹੈ ਦੈਟ ਇਜ਼ ਨੋਨ ਐਸ ਡਿਸਕੰਟੀਨਿਊਸ ਸਟੈਂਡ। ਸੋ ਇਹ ਡਿਸਕੰਟੀਨਿਊਸ ਸਟੈਂਡ ਹੋ ਗਿਆ, ਦਿਸ ਇਜ਼ ਕੰਟੀਨਿਊਸ ਸਟੈਂਡ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਹਨੂੰ ਦਿਸ ਇਜ਼ ਲੀਡਿੰਗ ਸਟੈਂਡ। ਕਿਉਂ ਲੀਡਿੰਗ? ਕਿਉਂਕਿ ਇਹ ਲੀਡ ਕੀਤਾ ਹੈ, ਆਲਮੋਸਟ ਸਾਰਾ ਕੰਟੀਨਿਊਸਲੀ ਫੋਰਮੇਸ਼ਨ ਹੋਈ। ਔਰ ਇਹ ਵਾਲਾ ਜਿਹੜਾ ਦੂਸਰਾ ਸਟੈਂਡ ਹੈ ਦੈਟ ਇਜ਼ ਲੈਗਿੰਗ ਸਟੈਂਡ। ਸੋ ਦਿਸ ਸਟੈਂਡ ਇਜ਼ ਕੋਲਡ ਲੈਗਿੰਗ ਔਰ ਡਿਸਕੰਟੀਨਿਊਸ ਸਟੈਂਡ। ਉਸ ਤੋਂ ਬਾਅਦ ਜਿਹੜੀ ਅਗਲੀ ਸਟੈਪ ਹੈ ਰਿਮੂਵਲ ਆਫ RNAs। ਜਿੰਨੇ RNAs ਹੈ ਅਤੇ ਉਹ ਸਾਰੇ ਰਿਮੂਵ ਹੋ ਜਾਂਦੇ ਆ। RNA ਪ੍ਰਾਈਮਰ ਇਜ਼ ਰਿਮੂਵਡ ਫਰੋਮ 5 ਐਂਡ ਔਨ 1 ਬਾਏ ਦ ਐਕਸੋਨਿਊਕਲੀਅਸ ਐਕਟੀਵਿਟੀ ਆਫ DNA ਪੋਲੀਮਰੇਜ਼। ਸੋ ਆਹ ਜਿਹੜੀਆਂ ਸੈਗਮੈਂਟਸ ਹੈ ਦੇ ਆਰ ਨੋਨ ਐਸ ਓਕਾਜ਼ਾਕੀ ਸੈਗਮੈਂਟਸ। ਜਿਹੜੀਆਂ ਛੋਟੀਆਂ ਸੈਗਮੈਂਟਸ ਜੁੜ ਕੇ ਨया DNA ਬਣਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਓਕਾਜ਼ਾਕੀ ਸੈਗਮੈਂਟਸ। ਸੋ ਆਹ ਤੁਸੀਂ ਇੱਕ ਯਾਦ ਕਰ ਲੈਣਾ। ਇਹਨਾਂ ਦੇ ਵਿੱਚ ਓਵਰਆਲ ਡਾਇਰੈਕਸ਼ਨ ਦੱਸਿਆ ਇਹਨਾਂ ਨੇ ਕਿਸ ਤਰ੍ਹਾਂ ਰੈਪਲੀਕੇਸ਼ਨ ਹੋ ਰਹੀ ਹੈ। ਇਹਦੇ ਵਿੱਚ ਇਸ ਤਰ੍ਹਾਂ ਹੋ ਰਹੀ ਹੈ, ਇਹਦੇ ਵਿੱਚ ਇਸ ਤਰ੍ਹਾਂ ਹੋ ਰਹੀ ਹੈ। ਮੇਨ ਡਾਇਰੈਕਸ਼ਨ ਜਿਹੜਾ ਹੈ ਇੱਧਰੋਂ ਸ਼ੁਰੂ ਹੋ ਰਿਹਾ ਇਹਦੀ ਓਵਰਆਲ ਡਾਇਰੈਕਸ਼ਨ ਆਫ ਰੈਪਲੀਕੇਸ਼ਨ। ਸੋ ਇਸ ਤਰ੍ਹਾਂ ਇਹ ਪ੍ਰਾਈਮਰਸ ਇਹਨਾਂ ਦੇ ਵਿੱਚੋਂ ਰਿਮੂਵ ਹੋ ਜਾਣਗੇ। ਨਾਓ ਲਾਸਟ ਵਿੱਚ ਕੀ ਹੈ ਪ੍ਰੂਫ ਰੀਡਿੰਗ ਐਂਡ DNA ਰਿਪੇਅਰ। ਕਿ ਜੇ ਕੋਈ ਇਨ ਕੇਸ ਕੋਈ ਗਲਤੀ ਨਾਲ ਕੋਈ ਨਿਊਕਲੀਓਟਾਈਡ ਇਹਦੇ ਵਿੱਚ ਐਡ ਹੋ ਗਈ ਦੈਟ ਇਜ਼ ਟੂ ਬੀ ਰਿਮੂਵਡ। ਰਿਪੇਅਰ ਐਨਜ਼ਾਈਮਸ ਹੁੰਦੀਆਂ ਹੈ ਔਰ ਐਕਟੀਵਿਟੀ ਆਫ ਐਨਜ਼ਾਈਮ DNA ਪੋਲੀਮਰੇਜ਼ ਜਾਂ ਕੋਈ ਇਹਦੇ ਵਿੱਚ ਇਸ ਤਰ੍ਹਾਂ ਦੀ ਐਨਜ਼ਾਈਮਸ ਨਿਊਕਲੀਓਟਾਈਡਸ ਹੈ ਦੈਟ ਆਰ ਨੋਟ ਰਿਕੁਆਇਰਡ ਉਹਨਾਂ ਨੂੰ ਰਿਪਲੇਸ ਕੀਤਾ ਜਾਂਦਾ, ਉਹਨਾਂ ਦੀ ਜਗ੍ਹਾ 'ਤੇ ਨਿਊ ਨਿਊਕਲੀਓਟਾਈਡਸ ਆ ਜਾਂਦੀਆਂ। ਫਿਰ ਇਹਦੀ ਪੂਰੀ ਪ੍ਰੂਫ ਰੀਡਿੰਗ ਹੁੰਦੀ ਹੈ ਔਰ DNA ਰਿਪੇਅਰ ਹੁੰਦਾ ਹੈ ਜਿਸ ਨਾਲ ਡਿਫੈਕਟਿਵ ਨਿਊਕਲੀਓਟਾਈਡਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਸੋ ਦਿਸ ਕੰਪਲੀਟਸ ਦਾ ਪ੍ਰੋਸੈਸ ਆਫ DNA ਰੈਪਲੀਕੇਸ਼ਨ। ਸੋ ਜੇ ਅਸੀਂ ਦੀ ਸਮਰਾਈਜ਼ ਕਰੀਏ ਸੋ ਇਹਦੇ ਵਿੱਚ 5 ਸਟੈਪਸ ਆਈਆਂ। ਮੋਸਟਲੀ ਫਸਟ ਸਟੈਪ ਹੈ ਐਕਟੀਵੇਸ਼ਨ ਆਫ ਡੀਆਕਸੀਰਾਈਬੋਨਿਊਕਲੀਓਟਾਈਡਸ। ਸੈਕੰਡ ਹੈ ਰੈਕੋਗਨੀਸ਼ਨ ਆਫ ਇਨੀਸ਼ੀਏਸ਼ਨ ਪੁਆਇੰਟ। ਥਰਡ ਹੈ ਅਨਵਾਈਂਡਿੰਗ ਆਫ DNA ਮੋਲੀਕਿਊਲ। ਅਤੇ 4th ਸਟੈਪ ਹੈ ਫੋਰਮੇਸ਼ਨ ਆਫ RNA ਪ੍ਰਾਈਮਰ। ਫਿਰ 2 ਚੇਨਸ ਬਣਨੀਆਂ, one is continuous strand, the other is discontinuous strand. Then there is removal of RNA primers, RNA primer ਬਾਹਰ ਨਿਕਲ ਜਾਏਗਾ। ਦੈਨ ਪ੍ਰੂਫ ਰੀਡਿੰਗ DNA ਦੀ ਰਿਪੇਅਰ, ਅਗਰ ਕੋਈ ਨਿਊਕਲੀਓਟਾਈਡ ਰੋਂਗ ਆ ਗਈ ਹੈ ਜਾਂ ਰੋਂਗ ਮਿਸਪਲੇਸ ਹੋ ਗਈ ਹੈ ਜਾਂ ਵਿੱਚ ਪਲੇਸਮੈਂਟ ਹੋ ਗਈ ਹੈ ਉਹਦੀ ਦੈਟ ਇਜ਼ ਕਰੈਕਟਿਡ ਬਾਏ ਰਿਪੇਅਰ ਐਨਜ਼ਾਈਮਸ। ਸੋ ਕਿਹੜੀਆਂ ਇਹਨਾਂ ਦੇ ਵਿੱਚ ਐਨਜ਼ਾਈਮਸ ਇਨਵੋਲਵ ਹੋਈਆਂ? ਪਹਿਲੀ ਫੋਸਫੋਰੀਲੇਸ ਫॉर द ਫੋਰਮੇਸ਼ਨ ਆਫ ਐਕਟੀਵੇਸ਼ਨ ਆਫ ਡੀਆਕਸੀਰਾਈਬੋਨਿਊਕਲੀਓਟਾਈਡਸ। ਫਿਰ ਉਸ ਤੋਂ ਬਾਅਦ ਇੱਕ ਚਾਹੀਦੀ ਸੀ ਇਹਦੇ 'ਚ ਹੈਲੀਕੇਸਿਸ, ਦੈਨ ਟੋਪੋਆਈਸੋਮੀਰੇਸਿਸ, ਦੈਨ ਉਸ ਤੋਂ ਬਾਅਦ ਹੈ RNA ਪ੍ਰਾਈਮਰ। RNA ਪ੍ਰਾਈਮਰ ਬਣਾਉਣ ਲਈ ਜਿਹੜੀ ਐਨਜ਼ਾਈਮ ਚਾਹੀਦੀ ਹੈ DNA ਡਾਇਰੈਕਟਿਡ RNA ਪੋਲੀਮਰੇਸ। ਸੋ ਇਹ ਸਾਰੀਆਂ ਜਿਹੜੀਆਂ ਐਨਜ਼ਾਈਮ